ओके। तो हमारे साथ हैं सुलेमान सनी साहब। अस्सलाम वालेकुम। की हाल खाल सब ठीक ठाक हो? ਤੁਸੀਂ ਸੁਣਾਓ ਜਨਾਬ, ਠੀਕ ਠਾਕ ਜੀ? ਵੇਖ ਲਓ ਇਸ ਮਹਿੰਗਾਈ ਦੇ ਵਿੱਚ ਵੀ ਇੰਨੇ ਠੀਕ ਠਾਕ ਹੈਗੇ ਆ ਤੇ ਫਿਰ ਅੱਲਾ ਦਾ ਕਰਮ ਹੀ ਹੈਗਾ। ਹਾਂ ਬਿਲਕੁਲ ਬਿਲकुल। ਅੱਛਾ ਸਨੀ ਸਾਹਿਬ, ਇਹ ਸਨੀ ਦਾ ਲਫ਼ਜ਼ ਜਿਹੜਾ ਤੁਹਾਡੇ ਨਾਲ ਕਿਦੋਂ ਸ਼ਾਮਲ ਹੋਇਆ? सनी मोहम्मद सुलेमान सनी, ਜ਼ਾਹਰ ਹੈ मोहम्मद सुलेमान ही होगे ना जी, ਤੁਸੀਂ? मोहम्मद सुलेमान भट्टी नाम है मेरा ओरिजिनल। ਅੱਛਾ ਅੱਛਾ। ਤੇ ਸਨੀ ਜਿਹੜਾ ਹੈਗਾ ਵਰਡ ਇੱਕ ਡਰਾਮਾ ਅਸੀਂ ਕਰ ਰਹੇ ਸੀ ਕਹੂਟਾ ਦੇ ਵਿੱਚ। ਉਹਦੇ ਵਿੱਚ ਮੇਰੇ ਕਰੈਕਟਰ ਦਾ ਨਾਮ ਸੀ ਸਨੀ। ਅੱਛਾ 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 ਅੱਛਾ। ਠੀਕ ਹੈ ਜੀ। ਔਰ ਉਹਨਾਂ ਦੇ ਨਾਲ ਕੁਝ ਨਾਮ ਐਸੇ ਮੇਰੇ ਨਾਲ ਅਟੈਚ ਹੋਏ ਕਿ ਜਿਹੜੇ ਮੈਨੂੰ ਲੱਗਿਆ ਯਾਰ ਇਹ ਮੇਰੀ ਪਰਸਨੈਲਿਟੀ ਨਾਲ ਸੂਟ ਨਹੀਂ ਕਰਨਗੇ ਇਨ ਫਿਊਚਰ ਦੇ ਵਿੱਚ। ਹੂੰ। ਜਿਸ ਤਰ੍ਹਾਂ ਮੇਰਾ ਤਾਲੁਕ ਜਿਹੜਾ ਉਹ ਕਸ਼ਮੀਰ ਦੇ ਨਾਲ ਹੈਗਾ ਅੱਛਾ ਅੱਛਾ, ਤੇ ਮਾਸ਼ਾਅੱਲਾ। ਸਟਾਰਟ ਦੇ ਵਿੱਚ ਸਲਮਾਨ ਕਸ਼ਮੀਰੀ ਵੀ ਅੱਛਾ, ਉਹ ਵੀ ਰੱਖਿਆ ਉਹ ਵੀ ਤੁਸੀਂ? ਲੱਗਿਆ ਕੁਛ ਅਰਸਾ। ਫਿਰ ਸਲਮਾਨ ਵੀ ਖਾਲੀ ਚਲਾ ਗਿਆ ਲੇਕਿਨ ਮੈਨੂੰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਨਾ ਉਹ ਕਰੈਕਟਰ ਮੇਰਾ ਹਿੱਟ ਹੋ ਗਿਆ ਉੱਥੇ। ਅੱਛਾ, ਸਨੀ ਦੇ ਨਾਮ ਸਨੀ ਦੇ ਨਾਮ ਤੋਂ ਹਿੱਟ ਹੋਣਾ ਅੱਛਾ। ਸ਼ੁਰੂ ਹੋ ਗਿਆ। ਉਹ ਪਬਲਿਕ ਵੀ ਮੈਨੂੰ ਸਨੀ ਕਹਿਣਾ ਸ਼ੁਰੂ ਹੋ ਗਈ, ਜਿਹੜੇ ਆਪਣੇ ਕਾਸਟ ਦੇ ਲੋਕ ਸਨ ਉਹ ਵੀ ਸਨੀ ਸਨੀ ਕਹਿਣਾ ਸ਼ੁਰੂ ਹੋ ਗਏ। ਤੇ ਬਸ ਉਸ ਤੋਂ ਫਿਰ ਬਾਅਦ ਮੈਂ ਕਿਹਾ ਸਲਮਾਨ ਸਨੀ ਜਾਣਾ, ਇਹਨੂੰ ਕੰਟੀਨਿਊ ਕਰੋ। ਅੱਛਾ, ਤੁਹਾਨੂੰ ਕਿਦੋਂ ਅਹਿਸਾਸ ਹੋਇਆ ਕਿ ਤੁਹਾਡੇ 'ਚ ਕੋਈ ਅਦਾਕਾਰੀ ਜਿਹੜੀ ਆ ਉਹਦੇ ਜਰਾਸੀਮ ਕੋਈ ਉੱਭਰ ਰਹੇ ਨੇ? ਇਹਦੇ एहसास होना जो अक्सर लोग कहते हैं, सुनया होगा कि मैंने फलां को देखा, मैं इंस्पायर हो गया, फलां को देखा। ऐसा मेरे दे ਜਿਹੜਾ ਆਰਟ ਦਾ ਜਰਾਸੀਮ ਹੈਗੇ ਸਨ ਜੀ, ਉਹ ਬਚਪਨ ਤੋਂ ਹੈਗੇ ਸੀ। ਅੱਛਾ। ਮੈਂ ਬਾਈ ਬੌਰਨ ਆਪਣੇ ਆਪ ਨੂੰ ਬੜਾ ਲੱਕੀ ਸਮਝਣਾ ਕਿ ਮੈਂ ਆਰਟਿਸਟ ਪੈਦਾ ਹੋਇਆ। ਸਹੀ। ਕਿਉਂਕਿ ਉਸ ਟਾਈਮ ਦੇ ਵਿੱਚ ਸਾਡੇ ਘਰ ਦੇ ਵਿੱਚ ਟੀਵੀ ਹੁੰਦਾ ਸੀ ਔਰ ਪੂਰੇ ਮਹੱਲੇ ਦੇ ਵਿੱਚ ਰੰਗੀਨ ਟੀਵੀ ਪਹਿਲੀ ਵਾਰੀ ਸਾਡੇ ਘਰ ਆਇਆ ਸੀ। ਉਹ ਜਿਹੜਾ ਵੀ ਕਰੈਕਟਰ ਆਉਂਦਾ ਸੀ ਉਹਦੇ ਵਿੱਚ, ਚਾਹੇ ਉਹ ਜ਼ੁਹੈਬ ਹਸਨ, ਨਾਜ਼ੀਆ ਹਸਨ ਵਗੈਰਾ। ਅੱਛਾ। ਇਹ ਲੋਕ, ਜ਼ੁਹੈਬ ਹਸਨ ਦਾ ਇੱਕ ਗਾਣਾ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ ਲੇਕਿਨ ਉਹਦੇ ਵਿੱਚ ਉਹ ਮੈਨੂੰ ਬੜਾ ਅਟਰੈਕਟ ਕਰਦਾ ਸੀ ਉਹਨੂੰ ਸ਼ੁਰੂ ਤੋਂ। ਯਾਨੀ ਮੈਂ ਤੁਹਾਨੂੰ ਕੱਚੀ ਪੱਕੀ ਦੀ ਗੱਲ ਦੱਸ ਰਿਹਾ। ਅੱਛਾ ਅੱਛਾ ਅੱਛਾ। ਜਦੋਂ ਕੱਚੀ ਪੱਕੀ ਮੈਂ ਪੜ੍ਹ ਰਿਹਾ ਸੀ, ਫਿਰ ਡਰੈਸਿੰਗ, ਫਿਰ ਐਕਟਿੰਗ। ਈਵਨ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਫਿਲਮ ਦੇਖੀ ਹੈਦਰ ਅਲੀ ਆਪਣੇ ਵਾਲਿਦ ਸਾਹਿਬ ਨਾਲ। ਅੱਛਾ। ਨਾਜ਼ ਸਿਨੇਮੇ ਦੇ ਉੱਤੇ ਹੈਦਰ ਅਲੀ। ਹੈਦਰ ਅਲੀ, ਮੁਹੰਮਦ ਅਲੀ ਸਾਹਿਬ ਦੀ। ਅੱਛਾ, ਉਸ ਤੋਂ ਅਟਰੈਕਟ ਹੋਇਆ ਔਰ ਮੈਨੂੰ ਲੱਗਿਆ ਕਿ ਉਸੇ ਵਕਤ ਯਕੀਨ ਸੀ ਮੈਂ ਐਕਟਰ ਬਣਨਾ। ਠੀਕ। ਬਚਪਨ ਤੋਂ ਹੀ। ਔਰ ਐਕਟੀਵਿਟੀਜ਼ ਵਿੱਚ ਬੜਾ ਇਨਵੋਲਵ ਹੁੰਦਾ। ਮੁਹੱਲੇ ਦੇ ਵਿੱਚ ਕੋਈ ਸ਼ਾਦੀ ਹੋਣੀ, ਕੋਈ ਪ੍ਰੋਗਰਾਮ ਹੋਣਾ ਹੁੰਦਾ, ਉਹਦੇ ਕਿਸੇ 14 ਅਗਸਤ ਦਾ ਮੁਹੱਲੇ ਦੇ ਵਿੱਚ ਵੀ ਅਰੇਂਜ ਹੁੰਦਾ ਸੀ। ਅੱਛਾ ਅੱਛਾ ਅੱਛਾ। ਠੀਕ ਹੈ, ਉਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਤੇ ਇਹ ਅੰਦਾਜ਼ਾ ਸੀ ਕਿ ਮੈਂ ਐਕਟਰ ਹਾਂ। ਸਹੀ। ਮਸਾ ਪਹਿਲੀ ਪਰਫਾਰਮੈਂਸ ਜਿਹੜੀ ਹੈ ਤੁਸੀਂ ਸਕੂਲ ਲੈਵਲ ਤੇ ਦੇਤੀ ਜਾਂ ਕਾਲਜ 'ਚ ਜਾ ਕੇ? ਤੁਹਾਡਾ ਸਕੂਲ ਲੈਵਲ ਤੇ। ਸਕੂਲ ਲੈਵਲ ਤੇ ਕਿਹੜੀ ਕਲਾਸ ਸੀ? 7-8 ਤੇ। ਕੋਈ ਡਰਾਮਾ ਵਗੈਰਾ ਸੀ, ਨਜ਼ਮ ਸੀ? ਸਕੂਲ ਦੇ ਵਿੱਚ ਹੁੰਦੇ ਸੀ ਬਜ਼ਮੇ ਅਦਬ। ਬਜ਼ਮੇ ਅਦਬ ਤੇ ਹਰ ਸਕੂਲ ਵਿੱਚ ਹੁੰਦਾ ਸੀ। ਔਰ ਸਪੈਸ਼ਲੀ ਉਸ ਦਿਨ ਜੁਮੇ ਛੁੱਟੀ ਹੁੰਦੀ ਸੀ, ਜੁਮਰਾਤ ਨੂੰ ਅੱਧੀ ਛੁੱਟੀ ਹੁੰਦੀ ਸੀ ਤੇ ਜੁਮਰਾਤ ਦੀ ਅੱਧੀ ਛੁੱਟੀ ਤੋਂ ਬਾਅਦ ਬਜ਼ਮੇ ਅਦਬ ਹੁੰਦਾ ਸੀ ਸਕੂਲ ਦੇ ਵਿੱਚ। ਤੇ ਮੈਂ ਗਵਰਨਮੈਂਟ ਬਾਸੀ ਹਾਈ ਸਕੂਲ ਫੰਦੀ ਕਾਲੋਨੀ ਰਾਵਲਪਿੰਡੀ ਦੇ ਵਿੱਚ ਮੈਂ ਪੜ੍ਹਿਆ ਤੇ ਉੱਥੇ ਅਸੀਂ ਨਾ ਬਜ਼ਮੇ ਅਦਬ ਦੇ ਵਿੱਚ ਨਾ ਪਾਰਟੀਸਪੇਟ ਕਰਦੇ ਹੁੰਦੇ ਸੀ। ਔਰ ਮੈਂ ਅੱਗੇ ਚੱਲ ਕੇ ਤੁਹਾਨੂੰ ਇੱਕ ਗੱਲ ਦੱਸਾਂਗਾ, ਤੁਸੀਂ ਬੜੇ ਹੈਰਾਨ ਹੋਵੋਗੇ। ਉਸ ਵੇਲੇ ਅਸੀਂ ਫਾਰੂਕ ਕੈਸਰ ਸਾਹਿਬ ਅੰਕਲ ਸਰਗਮ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ, ਅਸੀਂ ਉਹ ਦੇਖਦੇ ਹੁੰਦੇ ਸੀ। ਉਹਦੇ ਜਿਹੜੇ ਸਕਿੱਟ ਹੁੰਦੇ ਸੀ ਨਾ, ਤੁਸੀਂ ਉਹ ਰਿਪੀਟ ਕਰਦੇ ਸੀ ਸਕੂਲ ਦੇ ਵਿੱਚ। ਜੈਸੇ ਬਸ ਉਹਨਾਂ ਕਿਰਦਾਰਾਂ ਨੂੰ ਦੁਬਾਰਾ ਕਰਨ ਦੀ ਕੋਸ਼ਿਸ਼ ਤੇ ਲਾਈਵ ਜਿਹੜੇ ਸਕਿੱਟ ਹੁੰਦੇ ਸਨ ਉਹਨਾਂ ਦੇ, ਉਹ ਅਸੀਂ ਪਰਫਾਰਮ ਕਰਦੇ ਸੀ ਸਕੂਲ ਦੇ ਵਿੱਚ। ਸਹੀ 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 ਸਹੀ। ਉਹ ਫਿਰ ਸਿਲਸਿਲਾ ਬਾਅਦ ਵਿੱਚ ਜਾ ਕੇ ਜੁੜਿਆ, ਉਹ ਤੁਹਾਨੂੰ ਮੈਂ ਦੱਸਾਂਗਾ। ਕਾਲਜ ਜਾ ਕੇ ਜਦੋਂ ਗਏ ਤੁਸੀਂ ਜੀ, ਤੇ ਇਹਦੇ 'ਚ ਫਿਰ ਕੰਮ ਵੱਧ ਗਿਆ ਜਾਂ ਕੰਮ ਘਟ ਗਿਆ? ਥੋੜਾ ਜਿਹਾ ਕਾਲਜ ਦੇ ਜਾ ਕੇ ਥੋੜੀ ਲਾਈਨ ਚੇਂਜ ਹੋ ਗਈ ਸੀ। ਲਾਈਨ ਚੇਂਜ ਕੀ ਹੋਈ ਕਿ ਅਸੀਂ ਸੋਚਿਆ ਅਸੀਂ ਸਿਆਸੀ ਹੋ ਗਿਆ। ਤੁਹਾਨੂੰ ਪਤਾ ਉਸ ਟਾਈਮ ਦੇ ਵਿੱਚ ਕਾਲਜ ਦੇ ਵਿੱਚ ਸਿਆਸਤ ਬੜੀ ਇਨਵੋਲਵ ਹੁੰਦੀ ਸੀ। ਨਵੇਂ ਜਦੋਂ ਸਕੂਲੋਂ ਇੱਕਦਮ ਛੁੱਟ ਮਿਲਦੀ ਹੈ ਤੇ 97-98 ਦੀ ਗੱਲ ਤੁਹਾਨੂੰ ਦੱਸ ਰਿਹਾ। ਤੇ ਉਸ ਵੇਲੇ ਸਿਆਸਤ ਦਾ ਤਾਲੀਮੀ ਇਦਾਰਿਆਂ ਵਿੱਚ ਅਰੂਜ ਹੈਗਾ ਸੀ। ਉੱਥੇ ਚਲੇ ਗਏ ਲੇਕਿਨ ਉਹ ਕੁਝ ਅਰਸਾ ਨਹੀਂ ਗਿਆ ਤੇ ਮੈਂ ਕਹਿੰਦਾ ਮੈਂ ਇਸ ਲਈ ਕੰਮ ਤੇ ਨਹੀਂ ਬਣਿਆ ਹੋਇਆ। ਕਾਲਜ ਦੇ ਵਿੱਚ ਵੀ ਕੁਝ ਆਪਣੀ ਐਕਟੀਵਿਟੀਜ਼ ਅਸੀਂ ਜਾਰੀ ਰੱਖੀਆਂ ਨੇ ਆਰਟ ਦੇ ਲਿਹਾਜ਼ ਨਾਲ, ਲੇਕਿਨ ਉਹਦਾ ਜਿਹੜਾ ਟੈਨਿਓਰ ਹੈਗਾ ਉਹ ਬਹੁਤ ਘੱਟ ਹੈਗਾ ਉਹਦੇ ਵਿੱਚ। ਅੱਛਾ, ਪਹਿਲਾ ਬਾਜ਼ਾਬਤਾ ਡਰਾਮਾ ਜਿਹੜਾ ਡਾਇਰੈਕਟਡ ਰਿਕਾਰਡਡ ਜਿਹੜਾ ਉਹ ਤੁਸੀਂ ਕਿੱਥੇ ਕੀਤਾ? ਅਸੀਂ ਸਾਡੇ ਕਾਲਜ ਲੈਵਲ ਦੇ ਉੱਤੇ ਫੈਸਟੀਵਲ ਹੁੰਦੇ ਸੀ, ਡਰਾਮਾ ਫੈਸਟੀਵਲ, ਜਿਹੜੇ ਉਸ ਵੇਲੇ ਲਿਆਕਤ ਹਾਲ ਦੇ ਵਿੱਚ ਹੁੰਦੇ ਸੀ, ਮੁਨੱਕਿਦ ਹੁੰਦੇ ਸੀ।
मैं कुछ अर्सा गॉर्डन कॉलेज नाल ते पढ़िया, लेकिन उस तो बाद फिर मैं हशमत अली कॉलेज के नाल अटैच हो गया। अपने मेरी ज़्यादातर दोस्ती जी हशमत अली कॉलेज तक दोस्तों नाल है। ठीक। उत्थे उस फैसटिवल का ड्रामा एक उन्होंने बनाया 4 सूबियां दे उत्ते। अच्छा अच्छा। ਉਹਦੇ ਵਿੱਚ ਉਹਦੀ ਜਦੋਂ ਰਿਹਰਸਲ ਚੱਲ ਰਹੀ ਸੀ ਤੇ ਮੈਂ ਦੋਸਤਾਂ ਨਾਲ ਵੈਸੇ ਹੀ ਵੇਖਣ ਗਿਆ ਰਿਹਰਸਲ। ਉਹਦੇ ਵਿੱਚ ਇੱਕ ਨਸ਼ਈ ਦਾ ਕਿਰਦਾਰ ਸੀ, ਉਹ ਮੁੰਡੇ ਕੋਲ ਹੋ ਨਹੀਂ ਰਿਹਾ ਸੀ ਅੱਛਾ, ਤੇ ਤੁਸੀਂ ਵੈਸੇ ਦੇਖ ਮੈਂ ਵੈਸੇ ਵੇਖਣ ਗਿਆ ਤੇ ਮੈਂ ਜਦੋਂ ਵੇਖਿਆ ਕਿ ਉਹ ਕਰੈਕਟਰ ਉਹਦੇ ਕੋਲ ਹੋ ਨਹੀਂ ਰਿਹਾ ਤੇ ਮੈਂ ਉਹਨੂੰ ਦੱਸਿਆ ਯਾਰ ਆਪ ਇਸ ਤਰ੍ਹਾਂ ਕਰੋ, ਇਹਨੂੰ ਇਸ ਤਰ੍ਹਾਂ ਕਰ ਲੈ, ਇਹਨੂੰ ਇਸ ਤਰ੍ਹਾਂ ਕਰ ਲੈ। ਉਹ ਅਰਸ਼ਦ ਅਲੀ ਜ਼ੇਬ ਸਾਹਿਬ ਹੈਗੇ ਸਨ ਡਾਇਰੈਕਟਰ ਉਸ ਡਰਾਮੇ ਦੇ, ਤੇ ਉਹਨਾਂ ਨੇ ਮੈਨੂੰ ਵੇਖਿਆ, ਉਹਨਾਂ ਨੇ ਕਿਹਾ ਇਹ ਤੁਮ ਕਰੋਗੇ। ਲੋ ਜੀ, ਉਹ ਫਿਰ ਬਾਕਾਇਦਾ ਪਹਿਲਾ ਡਰਾਮਾ ਜਿਹੜਾ ਸੀ ਇੱਕ ਫੈਸਟੀਵਲ ਜਿਹੜਾ ਹੋਇਆ ਸੀ ਉਸਦਾ ਸੀ। ਸੈਕਿੰਡ ਰਾਵਲਪਿੰਡੀ ਆਰਟਸ ਕੌਂਸਲ ਦੀ ਜਿਹੜੀ ਬਿਲਡਿੰਗ ਹੀ ਤੁਸੀਂ ਬੈਠੇ ਹੋ ਇਸ ਟਾਈਮ ਦੇ ਉੱਤੇ, ਇਹ ਬਣ ਰਹੀ ਸੀ। ਅੱਛਾ ਅੱਛਾ, ਠੀਕ ਹੈ ਜੀ। ਔਰ ਰਹੀਮ ਖਾਨ ਡਰਾਮਾ ਕਰ ਰਹੇ ਸਨ ਤੇ ਅਸੀਂ ਇਹਦੀ ਬੈਕ ਸਾਈਡ ਦੇ ਉੱਤੇ ਹਾਲ ਨਹੀਂ ਹੈਗਾ ਸੀ ਉਸ ਟਾਈਮ ਦੇ ਉੱਤੇ। ਅੱਛਾ, ਹਾਲ ਬਿਲਕੁਲ ਸਿਰਫ ਸਟੈਪਸ ਬਣੇ ਹੋਏ ਸਨ, ਸਿਮਿਟਡ। ਅੱਛਾ ਅੱਛਾ, ਸਟੇਜ ਨਹੀਂ ਸੀ, ਕੁਝ ਵੀ ਨਹੀਂ ਸੀ, ਅੱਛਾ, ਨਾ ਛੱਤ ਹੈਗੀ ਸੀ ਉਸ ਟਾਈਮ, ਕੰਸਟਰਕਸ਼ਨ ਹੋ ਰਹੀ ਸੀ ਉਹਦੀ। ਅਸੀਂ ਇਹਦੀ ਬੈਕ ਸਾਈਡ ਦੇ ਉੱਤੇ ਫੱਟੇ ਲਾ ਕੇ ਪਹਿਲਾ ਕਮਰਸ਼ੀਅਲ ਡਰਾਮਾ ਜਿਹੜਾ ਸੀ ਮਿਸਟਰ ਫਰਾਡੀ ਕੀਤਾ ਸੀ। ਅੱਛਾ ਅੱਛਾ ਅੱਛਾ, ਇਧਰ 1999 ਦੀ ਗੱਲ ਹੈ, ਪਹਿਲਾ ਕਮਰਸ਼ੀਅਲ ਡਰਾਮਾ ਜਿਹੜਾ ਸੀ। ਸਹੀ। ਅੱਛਾ, ਪੀਟੀਵੀ ਤੇ ਤੁਸੀਂ ਪਹਿਲੋਂ ਗਏ ਜਾਂ ਕਿਸੇ ਪ੍ਰਾਈਵੇਟ ਚੈਨਲ ਤੇ ਜਿਹੜਾ ਕਿ ਤੁਹਾਡਾ ਰਿਕਾਰਡਡ ਡਰਾਮਾ ਵਾ, ਮੇਰੀ ਰਿਕਾਰਡ ਜਿਹੜਾ ਹੋਇਆ ਸਕਰੀਨ ਤੇ ਚੱਲਿਆ? ਮੇਰੀ ਖੁਸ਼ਕਿਸਮਤੀ ਹੈਗੀ ਹੈ ਕਿ ਮੈਂ ਪੀਟੀਵੀ ਦਾ ਵੀ ਸਟੂਡੈਂਟ ਹਾਂ। ਠੀਕ। ਔਰ ਮੇਰਾ ਸਟਾਰਟ ਜਿਹੜਾ ਪੀਟੀਵੀ ਦੇ ਨਾਲ ਹੋਇਆ। ਅੱਛਾ, ਠੀਕ ਹੈ ਜੀ। ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਜਦੋਂ ਗਿਆ ਉਸ ਵੇਲੇ ਮੇਰੀ ਏਜ ਇਤਨੀ ਸੀ ਕਿ ਨਾ ਮੈਂ ਵੱਡਿਆਂ ਚੈਨਲ ਨਾ ਮੈਂ ਛੋਟਿਆਂ ਚੈਨਲ। ਜ਼ਾਹਰ ਉਹ ਕਰੈਕਟਰ ਜਿਹੜੀ ਫਰਦੌਸ ਜਮਾਲ ਸਾਹਿਬ ਵੀ ਆਪਣਾ ਇੱਕ ਵਾਕਿਆ ਸੁਣਾਉਂਦੇ ਆ ਨਾ ਕਿ ਮੈਂ ਪਹੁੰਚਿਆ ਤੇ ਉਹ ਕਹਿੰਦੇ ਯਾਰ ਤੈਨੂੰ ਬੱਚਿਆਂ ਚ ਲਈਏ ਕਿ ਵੱਡਿਆਂ ਲਈਏ। ਅੱਛਾ, ਮੈਨੂੰ ਮਿਲ ਗਿਆ ਅਸਲਮ ਮੁਗਲ ਸਾਹਿਬ, ਰਾਈਟਰ ਸਾਡੇ ਡਾਇਰੈਕਟਰ, ਤੁਹਾਨੂੰ ਪਤਾ ਇਸਲਾਮਾਬਾਦ ਰਾਵਲਪਿੰਡੀ ਦਾ ਬੜਾ ਨਾਮ ਹੈਗਾ। ਉਹ ਮੈਨੂੰ ਮਿਲ ਗਏ ਤੇ ਮੈਂ ਉਹਨਾਂ ਨੂੰ ਕਿਹਾ ਮੁਗਲ ਸਾਹਿਬ ਮੈਨੂੰ ਨਾ ਟੀਵੀ ਅੰਦਰ ਨਹੀਂ ਜਾਣ ਦਿੰਦੇ। ਅੱਛਾ। ਤੇ ਕਾਫੀ ਅਰਸੇ ਤੋਂ ਮੈਂ ਚੱਕਰ ਲਾ ਰਿਹਾ, ਅੰਦਰ ਨਹੀਂ ਜਾ ਸਕਦਾ, ਮੈਂ ਤੁਹਾਡੇ ਏਰੀਏ 'ਚ ਤੁਹਾਡੇ ਇਲਾਕੇ 'ਚ ਰਹਿਣਾ ਵਾ। ਉਹ ਮੈਨੂੰ ਅੰਦਰ ਲੈ ਗਏ ਪੀਟੀਵੀ 'ਚ। ਸਹੀ। ਔਰ ਫਸਟ ਟਾਈਮ ਮੈਨੂੰ ਪੀਟੀਵੀ ਲੈ ਕੇ ਮੈਡਮ ਕਮਲ ਮਸੂਦ ਸਾਹਿਬ ਮੇਰੇ ਉਸਤਾਦ प्रोडक्शन में ਉਹਨਾਂ ਕੋਲ ਸਿੱਖੀ, ਉਹਨਾਂ ਦੇ ਕੋਲ ਲੈ ਗਏ ਔਰ ਉਹਨਾਂ ਨੇ ਕਿਹਾ ਇਹ ਆਪਕੋ ਅਸਿਸਟ ਕਰੇਗਾ ਵੈਰੀ ਫਸਟ ਡੇ, ਪਹਿਲੇ ਦਿਨ ਤੋਂ। ਹਾਂਜੀ, ਪਹਿਲਾ ਦਿਨ ਜਦੋਂ ਪੀਟੀਵੀ ਦੇ ਇਨ ਹੋਇਆ ਔਰ ਸਿੱਧਾ ਮੈਡਮ ਦੇ ਕੋਲ ਲੈ ਕੇ ਗਏ ਔਰ ਮੈਂ ਮੈਡਮ ਨੂੰ ਅਸਿਸਟ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਇੱਕ ਡਰਾਮਾ ਬਣ ਰਿਹਾ ਸੀ ਹੀਰ ਰਾਂਝਾ। ਉਸ ਹੀਰ ਰਾਂਝੇ ਦੇ ਵਿੱਚ ਮੈਂ ਕੰਮ ਵੀ ਕੀਤਾ ਔਰ ਉਹਨੂੰ ਮੈਂ ਅਸਿਸਟ ਵੀ ਕੀਤਾ। ਯਾਨੀ ਕਿ ਪੀਟੀਵੀ ਦਾ ਰਿਕਾਰਡਡ ਆ ਹੀਰ ਰਾਂਝਾ, ਜੀ ਹੀਰ ਰਾਂਝਾ, ਜਿਹੜਾ ਕਿ ਚੱਲ ਚੁੱਕਾ ਪੀਟੀਵੀ ਸਕਰੀਨ ਤੋਂ। ਠੀਕ ਹੋ ਗਿਆ। ਉਹਦੇ ਵਿੱਚ ਮੈਂ ਪਹਿਲਾ ਕੰਮ ਜਿਹੜਾ ਪੀਟੀਵੀ ਦਾ ਕੀਤਾ। ਅੱਛਾ ਸਨੀ ਸਾਹਿਬ, ਬਕੌਲ ਤੁਹਾਡਾ ਫਨੀ ਸਫ਼ਰ 26 ਸਾਲ ਤੇ ਮੁਹੀਤ ਆ ਜੀ। ਤੁਹਾਡੇ ਜਿਹੜੇ ਸਾਥੀ ਫਨਕਾਰ ਆ ਉਹ ਬਹੁਤ ਸਾਰੇ ਅੱਛੇ ਚੈਨਲਸ ਤੇ ਕੰਮ ਕਰ ਰਹੇ ਨੇ, ਪਰਫਾਰਮ ਕਰ ਰਹੇ। ਤੁਸੀਂ, ਮੈਂ ਮਹਿਸੂਸ ਕਰਦਾ ਵਾਂ ਕਿ ਤੁਸੀਂ ਕੋਈ ਪਿੱਛੇ ਜੇ। ਬੜਾ ਅੱਛਾ ਸਵਾਲ ਸੀ ਕੀਤਾ। ਇਹਦੇ ਵਿੱਚ ਤਾਂ ਇੱਕ ਖਾਸ ਗੱਲ ਹੈਗੀ ਜੀ, ਪਤਾ ਨਹੀਂ ਇਹ ਕੋਈ ਇਹਦੇ ਕੋਈ ਪ੍ਰਾਊਡਨੈਸ ਨਹੀਂ ਹੈਗੀ। ਅੱਛਾ। ਇਹਦੇ ਕੋਈ ਮੈਂ ਆਪਣੀ ਕੋਈ ਉਹ ਨਹੀਂ ਤਾਰੀਫ ਕਰ ਰਿਹਾ। ਮੇਰੇ ਸ਼ੁਰੂ 'ਚ ਇੱਕ ਸੈਂਸਰ ਲਗਾ ਹੋਇਆ ਹੈ ਕਿ ਮੈਂ ਬੜਾ ਚੂਜ਼ੀ ਕੰਮ ਕਰਨਾ ਹੈ ਔਰ ਉਹ ਕੰਮ ਕਰਨਾ ਹੈ ਜਿਹੜਾ ਪਬਲਿਕ ਨੂੰ ਸਮਝ ਆਏ। ਔਰ ਮੈਂ ਅੱਜ ਤੁਹਾਡੇ ਚੈਨਲ ਦੀ ਵਿਸਾਤਤ ਨਾਲ ਮੈਂ ਲੋਕਾਂ ਨੂੰ ਦੱਸਣਾ ਚਾਹਾਂਗਾ ਔਰ ਆਪਣੀ ਫੀਲਿੰਗਸ ਸ਼ੇਅਰ ਕਰਨਾ ਚਾਹਾਂਗਾ ਕਿ ਮੈਂ ਕੋਈ ਵੀ ਕੰਮ ਕਰਨਾ ਮਾਨਾ ਜੀ ਔਰ ਮੈਂ ਸੋਚ ਕੇ ਕਰਨਾ ਕਿ ਉਹਦੇ ਵਿੱਚ ਪਬਲਿਕ ਨੇ ਦੇ ਦਿਮਾਗ ਦੇ ਵਿੱਚ ਕੋਈ ਮੈਸੇਜ ਮੇਰਾ ਕਲੀਅਰ ਹੋਇਆ ਕਿ ਨਹੀਂ ਹੋਇਆ। ਮੈਂ ਇਸ ਨੂੰ ਇਸ ਸ਼ੋਬੇ ਨੂੰ, ਇਸ ਐਕਟਿੰਗ ਨੂੰ, ਚਾਹੇ ਉਹ ਥੀਏਟਰ ਹੈ, ਚਾਹੇ ਫਿਲਮ ਹੈ, ਟੈਲੀਵਿਜ਼ਨ ਹੈ, ਮੇਰੇ ਡਰਾਮੇ ਦਾ ਕੋਈ ਮਕਸਦ ਜ਼ਰੂਰ ਹੁੰਦਾ। ਅੱਛਾ, ਕਮਰਸ਼ੀਅਲ ਪੈਸਾ ਜ਼ਰੂਰਤ ਹੈ, ਹਰ ਬੰਦੇ ਨੂੰ ਜ਼ਰੂਰਤ ਹੈਗੀ। ਮੈਂ ਉਸ ਪਾਸੇ ਥੋੜਾ ਜਿਹਾ ਨਾ ਹਿਚਕਿਚਾਣਾ ਵਾ। ਸਹੀ। ਇਸ ਵਜ੍ਹਾ ਨਾਲ ਮੈਂ ਥੋੜਾ ਪਿੱਛੇ ਰਹਿ ਗਿਆ, ਵਰਨਾ ਤੇ ਜਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ, ਜਿਸ ਤਰ੍ਹਾਂ ਦੀ ਰੂਟੀਨ ਚੱਲ ਰਹੀ ਹੈ, ਮੈਂ ਅਗਰ ਉਸ ਤਰ੍ਹਾਂ ਦਾ ਹੁੰਦਾ ਤੇ ਬਹੁਤ ਅਗਾ ਨਿਕਲ ਚੁੱਕਿਆ ਹੁੰਦਾ ਕਿ ਨਹੀਂ। ਲੇਕਿਨ ਬਸ ਇਹ ਥੋੜਾ ਜਿਹਾ ਅੰਦਰ ਕੁਝ ਐਸਾ ਹੈ। ਮਸਾ ਤੁਸੀਂ ਵਲਗਰ ਕੰਮ ਆਪਣੀ ਜ਼ਿੰਦਗੀ 'ਚ ਨਾ ਕਦੀ ਕੀਤਾ, ਨਾ ਕਦੀ ਸੋਚਿਆ? ਨਹੀਂ, ਕਦੇ ਵੀ। ਹਾਲਾਂਕਿ ਸਟੇਜ ਤੇ ਬਹੁਤ ਸਾਰੇ ਫਨਕਾਰਾਂ ਨੇ ਇਹਦੇ ਤੋਂ ਹੀ ਪਹਿਲੋਂ ਕੰਮ ਆਪਣਾ ਕਰਕੇ ਤੇ ਉਹ। ਬਾਕੀ ਫਨਕਾਰਾਂ ਦੇ ਲਈ ਇਸ ਸ਼ਹਿਰ ਦੇ ਵਿੱਚ ਓਪਰਚੁਨਿਟੀ ਇਤਨੀ ਨਹੀਂ ਹੈਗੀ ਜਿਤਨੀ ਲਾਹੌਰ, ਕਰਾਚੀ ਦੇ ਵਿੱਚ ਹੈਗੀ। ਅੱਛਾ, ਉਹਦੀ ਕੀ ਵਜ੍ਹਾ ਜੀ? ਮੈਂ ਤੁਹਾਨੂੰ ਇੱਕ ਗੱਲ, ਅਸੀਂ ਦੇਖਦੇ ਹਾਂ ਕਿ ਪੀਟੀਵੀ ਦੇ ਪ੍ਰੋਗਰਾਮ, ਮਸਲਨ ਉਹ ਇੱਕ ਪ੍ਰੋਗਰਾਮ ਬੜਾ
ਦੋ ਚਾਰ ਮਸ਼ਹੂਰ ਹੋਏ ਨੇ, ਆਖਰ ਉਹ ਵੀ ਤੇ ਇੱਥੇ ਦੇ ਫਨਕਾਰਾਂ ਨੇ। ਜੀ ਮੈਂ ਤੁਹਾਨੂੰ ਦੱਸਾਂ ਉਹਦੀ ਖਾਸ ਵਜ੍ਹਾ ਕੀ ਹੈਗੀ ਸੀ। ਪੀਟੀਵੀ ਦੇ ਡਰਾਮੇ ਇਸਲਾਮਾਬਾਦ ਸੈਂਟਰ ਤੋਂ ਚੱਲਦੇ ਸੀ, ਮਸ਼ਹੂਰ ਹੋਏ ਨੇ। ਗੈਸਟ ਹਾਊਸ ਹੈਗਾ, ਐਨਿਸ਼ਕ ਹੈਗਾ, ਉਸ ਤੋਂ ਬਾਅਦ ਆਗੋਸ਼ ਹੈਗਾ, ਇਸਤਰਾਬ ਹੈਗਾ, ਸਾਰੇ ਡਰਾਮੇ ਇੱਥੇ ਹਿੱਟ ਹੋਏ ਨੇ। ਠੀਕ, ਬੰਧਨ ਦੇਖ ਲਓ, ਉੱਥੇ ਤੇ ਬਣੇ ਹੋਏ ਨੇ। ਉਸ ਵੇਲੇ ਇਸ ਮੀਡੀਅਮ ਦੇ ਵਿੱਚ ਮਾਰਕੀਟਿੰਗ ਇਨਵੋਲਵ ਨਹੀਂ ਹੋਈ ਸੀ। ਠੀਕ 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 ਹੈ ਜੀ। ਮਾਰਕੀਟਿੰਗ ਨੂੰ ਪਤਾ ਸੀ ਕਿ ਡਰਾਮਾ ਚੱਲਣਾ, ਇਹਨੂੰ ਮਾਰਕੀਟ ਕਰਨਾ ਹੈ, ਔਰ ਇੱਕੋ ਹੀ ਚੈਨਲ ਹੁੰਦਾ ਸੀ। ਹੁਣ ਪ੍ਰਾਈਵੇਟ ਚੈਨਲ ਆ ਗਏ, ਹੁਣ ਮਾਰਕੀਟ ਦੇ ਬੰਦੇ ਸਭ ਤੋਂ ਜ਼ਿਆਦਾ ਕਸੂਰਵਾਰ ਇਸ ਫੀਲਡ ਨੂੰ ਵਿਗਾੜਨ ਲਈ ਨਾ ਮਾਰਕੀਟ ਹੈਗੀ। ਕਿਉਂਕਿ ਸੋਨੇ ਨੂੰ ਸੋਨਾ ਕਰਕੇ ਵੇਚਣਾ ਤੁਸੀਂ, ਸਹੀ, ਠੀਕ ਹੈ, ਤੇ ਫਿਰ ਤੁਹਾਡੇ ਮਾਰਕੀਟਿੰਗ ਦਾ ਕੀ ਫਾਇਦਾ। ਅੱਛਾ, ਉਹਨਾਂ ਇਸ ਪੂਰਾ ਮਾਫੀਆ ਹੈਗਾ, ਪੂਰਾ ਮਾਰਕੀਟਿੰਗ ਮਾਫੀਆ, ਜਿਨ੍ਹਾਂ ਨੇ ਇਹ ਕ੍ਰਾਈਟੇਰੀਆ ਬਣਾ ਲਿਆ ਕਿ ਜਿਸ ਤਰ੍ਹਾਂ ਦਾ ਕਲਾਇੰਟ ਆਣਾ ਵੈਸੇ ਹੀ ਚੀਜ਼ ਕੰਮ ਕਰਕੇ ਦਿਓ। ਬੜੇ ਫਨਕਾਰ ਸੁਲਤਾਨ ਰਾਈ ਸਾਹਿਬ ਇੱਥੇ ਦੇ ਹੈਗੇ ਨੇ, ਸ਼ੁਜਾਤ ਹਾਸ਼ਮੀ ਸਾਹਿਬ ਇੱਥੇ ਹੈਗੇ, ਜਵੇਦ ਸ਼ੇਖ ਸਾਹਿਬ ਇੱਥੇ ਦੇ ਹੈਗੇ ਨੇ, ਔਰ ਉਹ ਲੋਕ ਵੀ ਉਹਨਾਂ ਦੇ ਰੰਗ 'ਚ ਰੰਗ ਗਏ ਜਾ ਕੇ। ਅੱਛਾ, ਲਾਹੌਰ ਦਾ ਥੀਏਟਰ ਜਿਹੜਾ ਜੀ ਬੜਾ ਉਹਦੀ ਤਾਰੀਖ ਆ ਇੱਕ। ਜੀ ਪਿੰਡੀ ਦਾ ਥੀਏਟਰ ਵੀ ਲੋਕਾਂ ਨੇ, ਜਿਹੜੇ ਸਾਥੀ ਫਨਕਾਰ ਨੇ, ਚਲਾਉਣ ਦੀ ਕੋਸ਼ਿਸ਼ ਵਿਚਾਰੇ ਕਰਦੇ ਰਹਿੰਦੇ ਨੇ। ਕੀ ਵਜ੍ਹਾ ਵਾ ਕਿ ਇੱਥੇ ਕਮਰਸ਼ੀਅਲ ਜਿਹੜਾ ਥੀਏਟਰ ਆ ਉਹ ਮਕਬੂਲ ਨਹੀਂ ਹੋ ਰਿਹਾ? ਅਗਰ ਤੁਸੀਂ ਲਾਹੌਰ ਦੇ ਵਿੱਚ ਇਸ ਮੌਜੂਦਾ ਸਿਸਟਮ, ਥੀਏਟਰ ਸਿਸਟਮ ਨੂੰ ਕਮਰਸ਼ੀਅਲ ਕਹਿ ਰਹੇ ਹੋ, ਤੇ ਉਹ ਕਮਰਸ਼ੀਅਲ ਨਹੀਂ ਰਿਹਾ। ਕਮਰਸ਼ੀਅਲ ਤੋਂ ਵੀ ਅੱਗੇ ਨਿਕਲ ਚੁੱਕੇ ਹੋ, ਠੀਕ ਹੈ ਜੀ। ਕਮਰਸ਼ੀਅਲ ਦੇ ਵੀ ਕੁਝ ਜ਼ਾਬਤੇ ਅਖਲਾਕ ਹੈਗੇ ਸਨ। ਨਹੀਂ, ਹੁਣ ਅੱਗੇ ਤਾਂ ਕੋਈ ਥੋੜੀ ਜਿਹੀ ਪਾਬੰਦੀਆਂ ਨਹੀਂ, ਕੋਈ ਪਾਬੰਦੀ ਨਹੀਂ ਹੈਗੀ। ਇਹ ਸਿਰਫ ਦਿਖਾਵਾ ਹੈ। ਜਿਹੜੀ ਪਾਬੰਦੀ ਤੁਸੀਂ ਸਮਝ ਰਹੇ ਹੋ ਨਾ, ਨਥਿੰਗ, ਕੁਝ ਵੀ ਨਹੀਂ ਹੈ, ਮਜ਼ਾਕ ਹੈਗਾ। ਅਸੀਂ ਪਹਿਲੇ ਡਰਾਮੇ ਕਮਰਸ਼ੀਅਲ ਕਰਦੇ ਹੁੰਦੇ ਸੀ, ਬਕਾਇਦਾ ਰਿਹਰਸਲ ਹੁੰਦੀ ਸੀ, ਸਕ੍ਰਿਪਟ ਹੁੰਦਾ ਸੀ। ਜਦੋਂ ਦਾ ਤੁਹਾਡਾ ਸਕ੍ਰਿਪਟ ਤੇ ਡਾਇਰੈਕਟਰ ਗਾਇਬ ਹੋਇਆ ਨਾ ਵਿੱਚੋਂ, ਪਹਿਲੇ ਸਕ੍ਰਿਪਟ ਗਾਇਬ ਹੋਇਆ, ਬਾਅਦ ਡਾਇਰੈਕਟਰ ਵੀ ਗਾਇਬ ਹੋ ਗਏ, ਠੀਕ ਹੈ, ਉਹ ਚੀਜ਼ ਨਹੀਂ ਹੋ ਸਕੀ। ਔਰ ਪਿੰਡੀ ਦੇ ਵਿੱਚ ਬਸ ਇਹੀ ਮਸਲਾ ਹੈਗਾ ਜੀ ਕਿ ਸਪਾਂਸਰਸ ਨਹੀਂ ਆਉਂਦੇ, ਪ੍ਰੋਡਿਊਸਰ ਨਹੀਂ ਆਉਂਦਾ। ਇਹ ਇਸ ਵੇਲੇ ਕਮਰਸ਼ੀਅਲ ਥੀਏਟਰ ਦੇ ਹਾਲਾਤ ਹੋ ਚੁੱਕੇ ਨੇ ਪਿੰਡੀ ਦੇ ਵਿੱਚ। ਅੱਛਾ, ਤੁਸੀਂ ਫਿਲਮ 'ਚ ਵੀ ਕੰਮ ਕਰਨ ਦਾ ਇਤਫਾਕ ਹੋਇਆ ਤੁਹਾਨੂੰ? ਜੀ, ਫਿਲਮ ਮੇਰਾ ਸਭ ਤੋਂ ਪਸੰਦੀਦਾ ਮੀਡੀਅਮ ਹੈਗਾ ਜੀ, ਆਰਟ ਦਾ, ਪਰਫਾਰਮਿੰਗ ਆਰਟ ਦਾ। ਕਿਉਂਕਿ ਮੈਂ ਸਮਝਦਾ ਕਿ ਫਿਲਮ ਸੋਸਾਇਟੀ ਨੂੰ ਡਰਾਈਵ ਕਰਦੀ ਹੈ। ਫਿਲਮ ਦੇ ਵਿੱਚ ਅਸੀਂ ਆਪਣੇ ਮਾਸ਼ਰੇ ਨੂੰ ਸੁਧਾਰ ਸਕਦੇ ਹਾਂ। ਸਹੀ। ਲੇਕਿਨ ਬਦਕਿਸਮਤੀ ਨਾਲ ਸਾਡੀ ਗਵਰਨਮੈਂਟ ਨੇ ਇਸ ਸ਼ੋਬੇ ਨੂੰ ਧਿਆਨ ਹੀ ਨਹੀਂ ਦਿੱਤਾ ਇੱਥੇ। ਔਰ ਅਗਰ ਆਸਾਨ ਅਲਫਾਜ਼ ਵਿੱਚ ਮੈਂ ਕਹਿ ਦਵਾਂ ਕਿ ਉਹਨਾਂ ਨੇ ਇਸ ਨੂੰ ਅਪਣਾਇਆ ਹੀ ਨਹੀਂ, ਇਸ ਸ਼ੋਬੇ ਨੂੰ, ਔਰ ਗੋਦ ਨਹੀਂ ਲਿਆ। ਅੱਜ ਦੁਨੀਆ ਦੇ ਤਰੱਕੀ ਯਾਫਤਾ ਮਮਾਲਿਕ ਵੀ ਵੇਖੋ, ਜਿਹੜੀ ਫਿਲਮ ਇੰਡਸਟਰੀ ਹੈ ਉਹ ਇਸ ਵਕਤ ਉਹਨਾਂ ਨੂੰ ਬਹੁਤ ਸਾਰਾ ਰੈਵਨਿਊ ਦੇ ਰਹੀ ਹੈ ਵਰਲਡ ਦੇ ਵਿੱਚ, ਚਾਹੇ ਉਹ ਹਾਲੀਵੁੱਡ ਹੈ, ਚਾਹੇ ਉਹ ਇੰਡੀਅਨ ਫਿਲਮ ਇੰਡਸਟਰੀ ਹੈਗੀ, ਚਾਹੇ ਉਹ ਬੰਗਲਾ ਫਿਲਮ ਇੰਡਸਟਰੀ ਹੈ, ਇਵਨ ਨਾਈਜੀਰੀਅਨ ਫਿਲਮ ਇੰਡਸਟਰੀ ਵੀ ਸਾਡੇ ਤੋਂ ਬਹੁਤ ਅੱਗੇ ਹੈਗੀ ਹੈ, ਠੀਕ ਹੈ ਜੀ। ਔਰ ਇਸ ਮੀਡੀਅਮ ਦੇ ਉੱਤੇ ਉਹਨਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਸੀ। ਮੇਰਾ ਫਿਲਮ ਦਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ, ਔਰ ਮੈਂ ਅੱਗੇ ਜਿਹੜਾ ਕੰਮ ਕਰਾਂਗਾ ਇਨਸ਼ਾਅੱਲਾ ਉਹ ਫਿਲਮ ਲਈ ਕਰਾਂਗਾ। ਕਿੰਨੀਆਂ ਫਿਲਮਾਂ ਕੀਤੀਆਂ ਤੁਸੀਂ? ਕਿਹੜੇ ਨਾਮ? ਇਸ ਵਕਤ ਤੱਕ 2 ਫਿਲਮਸ ਕਰ ਚੁੱਕੇ ਹਾਂ। ਅੱਛਾ। ਪ੍ਰੋਡਕਸ਼ਨਸ ਆਪਣੀ ਨਹੀਂ ਸੀ, ਲੇਕਿਨ ਉਹਦੇ ਵਿੱਚ ਆਪਣਾ ਇੱਕ ਫਿਲਮ ਦੇ ਵਿੱਚ ਐਜ਼ ਰਾਈਟਰ, ਅੱਛਾ, ਤੇ ਐਜ਼ ਕੋ ਡਾਇਰੈਕਟਰ ਕੰਮ ਕੀਤਾ ਮੈਂ, ਛੂਲੇ ਆਸਮਾਨ। ਉਸ ਤੋਂ ਬਾਅਦ ਫਿਕਰ ਨੌਟ ਦੇ ਵਿੱਚ ਵੀ ਐਜ਼ ਅ ਕੋ ਡਾਇਰੈਕਟਰ ਮੈਂ ਕੰਮ ਕੀਤਾ। ਤੇ ਇੱਕ ਇਨਸ਼ਾਅੱਲਾ ਫਿਊਚਰ ਦੇ ਵਿੱਚ ਆਪਣੀ ਪੰਜਾਬੀ ਜਿਹੜੀ ਇੰਡਸਟਰੀ ਹੈ ਉਸ ਦੀ ਤਰਫ ਕੰਮ ਕਰ ਰਹੇ ਹਾਂ। ਕਿਉਂਕਿ ਅੱਛਾ, ਤੁਹਾਨੂੰ ਹਮਸਾਇਆ ਮੁਲਕ ਵੀ ਜਾਣ ਦਾ ਇਤਫਾਕ ਹੋਇਆ? ਜੀ, ਇੰਡੀਆ ਮੈਂ 2007 ਕਿਹੜਾ ਪ੍ਰੋਜੈਕਟ ਸੀ ਜਾਂ ਵੈਸੇ ਹੀ ਕਿਤੇ ਫਿਰਨ ਤੁਰ ਨਹੀਂ ਗਿਆ ਜੀ? 2007 2013 ਦੇ ਵਿੱਚ ਗਿਆ ਡਰਾਮਾ ਕਰਨ ਦੇ ਵਿੱਚ। ਡਾਲਫਿਨ ਕਮਿਊਨੀਕੇਸ਼ਨ ਆਸਮਾ ਭੱਟ ਸਾਹਿਬ ਦੀ ਪ੍ਰੋਡਕਸ਼ਨ ਹੈਗੀ ਸੀ, ਔਰ ਉਸ ਪ੍ਰੋਡਕਸ਼ਨ ਦੇ ਥਰੂ ਅਸੀਂ ਇੰਡੀਆ, ਦਿੱਲੀ ਦੇ ਵਿੱਚ ਪਰਫਾਰਮ ਕਰਾਂਗੇ। ਪੰਜਾਬੀ ਅਕੈਡਮੀ ਹੈਗੀ ਇੱਕ ਦਿੱਲੀ ਦੀ, ਔਰ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ। ਅਸੀਂ ਸਾਡੇ ਤੋਂ ਪਹਿਲੇ ਅਜੂਕਾ ਥੀਏਟਰ ਜਿਹੜਾ ਉਹ ਉੱਥੇ ਪਰਫਾਰਮ ਕਰਕੇ ਆਏ ਨੇ, ਤੇ ਅਸੀਂ ਫਿਰ ਉੱਥੇ 2 ਡਰਾਮੇ ਕਰਕੇ ਆਏ, ਸ਼ਾਹ ਹੁਸੈਨ ਫਕੀਰ ਸਾਈਂ ਦਾ। ਅੱਛਾ। ਔਰ ਦੂਸਰਾ ਅਸੀਂ ਕਿਹੜੇ ਸ਼ਹਿਰ 'ਚ ਕੀਤੇ ਸੀ? ਦਿੱਲੀ ਦੇ ਵਿੱਚ। ਜੀ। ਉੱਥੇ ਕਿਸੇ ਫਨਕਾਰਾਂ ਨਾਲ ਵੀ ਮੁਲਾਕਾਤ ਹੋਈ? ਜੀ, ਮੈਂ ਓਮਪੁਰੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਮੇਰੀ, ਔਰ ਦਿਵਿਆ ਦੱਤਾ ਜੀ ਨਾਲ ਮੁਲਾਕਾਤ ਹੋਈ ਸੀ। ਅੱਛਾ। ਔਰ ਕਿਉਂਕਿ ਓਮਪੁਰੀ ਸਾਹਿਬ ਤੇ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਟੁਰ ਗਏ ਨੇ, ਔਰ ਉਹ ਆਪਣਾ ਇੱਕ ਉਸਨੂੰ ਅਸੀਂ ਕੀ ਕਹਾਂਗੇ, ਪੰਜਾਬੀ ਸੰਗੇ ਮੀਲ ਬਣ ਚੁੱਕੇ ਸਨ। ਇੱਕ ਕਿ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਜਿਹੜਾ ਕੰਮ ਕੀਤਾ ਸੀ। ਕਿੰਨੀ ਦੇਰ ਤੁਸੀਂ ਉੱਥੇ ਰਹੇ?
मेरे ख्याल 13 दिन एक बारी रहे सी ਅਸੀਂ अच्छा अच्छा और 10 दिन एक बारी रहे ਸੀ सही सही ਜੀ ਉਹਦੇ ਵਿੱਚ ठीक हो गया ਉੱਥੇ ਇੱਕ ਡਰਾਮਾ ਤੁਸੀਂ ਕਰਕੇ ਆਏ ਸਰ ਡਰਾਮਾ ਕਰ ਔਰ ਬੜੀ ਖੁਸ਼ੀ ਮਹਿਸੂਸ ਹੋਈ ਸੀ ਹੂੰ ਕਿਉਂਕਿ ਆਰਟ ਉੱਥੇ ਉਸ ਸੁਸਾਇਟੀ ਦੇ ਵਿੱਚ ਹਾਵੀ ਹੈ ਹੂੰ ਉਹਨਾਂ ਲੋਕਾਂ ਦੇ ਵਿੱਚ ਤੁਸੀਂ ਆਰਟ ਦੀ ਸੈਂਸ ਅਗਰ ਵੇਖਣੀ ਹੈ ਨਾ ਹਰ ਬੰਦੇ ਦੇ ਵਿੱਚ ਹੂੰ। ਆਰਟ ਦੀ ਸੈਂਸ ਹੈਗੀ ਹੈ ਔਰ ਉਸ ਨੂੰ ਪਸੰਦ ਕਰਦਾ ਹੈ ਬਨਿਸਬਤ ਸਾਡੇ ਲੋਕਾਂ ਤੋਂ ਫਨਕਾਰ ਆਉਂਦੇ ਜਾਂਦੇ रहने चाहिए रहने चाहिए, जी बिल्कुल आने चाहिए कल्चर आर्ट ये वो चीज़ां ਆਰਟ ਇੱਕ ਐਸੀ ਚੀਜ਼ ਹੈਗੀ ਜਿਹਦੀ ਕੋਈ ਬਾਉਂਡਰੀ ਨਹੀਂ ਹੈਗੀ हाँ ਅਸੀਂ ਬਣਾ ਛੜੀ ਇਹ ਬਾਉਂਡਰੀ ਦੇਖੋ ਹੁਣ ਸਾਡੇ ਨਾਲ ਇਸ ਵਕਤ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਅਟੈਚ ਹੋਣਾ ਚਾਹ ਰਹੀ ਹੈ ਅਸੀਂ ਅਟੈਚ ਨਹੀਂ ਹੋ ਰਹੇ ਜਿਹਦਾ ਨਾਂ ਹੈ ਚਾਈਨਾ चाहे बिल्कुल सही ਠੀਕ ਹੈ ਜੀ ਔਰ ਤੁਸੀਂ ਉਹਨਾਂ ਦਾ ਕਲਚਰ ਤੇ ਸਾਡਾ ਕਲਚਰ ਮਿਕਸ ਕਰਕੇ ਇੱਕ ਵੱਡੀ ਇੰਡਸਟਰੀ ਬਣਾ ਸਕਦੇ ਹੋ ਇਸ ਵੇਲੇ ਬੜਾ ਅੱਛਾ ਮੌਕਾ ਹੈਗਾ ਸਾਡੇ ਕੋਲ ਔਰ ਇਸ ਪਾਸੇ ਹਕੂਮਤ ਦੀ ਨਜ਼ਰ ਹੀ ਨਹੀਂ ਜਾ ਰਹੀ ਬੇਸ਼ੱਕ ਸਾਡੇ ਨਾਲ ਹਮਸਾਇਆ ਮਾਲਕ ਜਿਹੜਾ ਅਗਰ ਜ਼ੁਬਾਨ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਅਸੀਂ ਇੰਡੀਆ ਸਾਨੂੰ ਨੇੜੇ ਪੈਂਦਾ ਇਸ ਵੇਲੇ ਵੱਡਾ ਮੀਡੀਅਮ ਜਿਹੜਾ ਤੁਹਾਨੂੰ ਹਾਲੀਵੁੱਡ ਤੋਂ ਵੱਡੀ ਇੱਕ ਇੰਡਸਟਰੀ ਬਣਾ ਸਕਦਾ ਉਹ ਚਾਈਨਾ ਹੈਗਾ ਉਸ ਪਾਸੇ ਅਸੀਂ ਹੋਰ ਹੀ ਨਹੀਂ ਕਰ ਰਹੇ ਸਹੀ ਗੱਲ ਅੱਛਾ ਫਾਰੂਕ ਕੈਸਰ ਤੱਕ ਕਿੱਦਾਂ ਪਹੁੰਚੇ ਤੁਸੀਂ ਤੇ ਉਹਨਾਂ ਦੇ ਨਾਲ ਤੇ ਕਾਫੀ ਤੁਸੀਂ ਕੰਮ ਕੀਤਾ ਮੈਂ ਸਮਝਦਾ ਕਿ ਅਗਰ ਮੇਰਾ ਸਭ ਤੋਂ ਬੈਸਟ ਈਰਾ ਅਗਰ ਵੇਖੋ ਜਾਂ ਟਾਈਮ ਵੇਖੋ ਐਕਟਿੰਗ ਦੇ ਵਿੱਚ ਸ਼ੋਬਿਜ਼ ਦੇ ਵਿੱਚ ਉਹ ਫਾਰੂਕ ਕੈਸਰ ਸਾਹਿਬ ਦੇ ਨਾਲ ਸੀ ਮੈਂ ਇਹਨੂੰ ਆਪਣੀ ਬਲੇਸਿੰਗਸ ਵੀ ਸਮਝਣਾ ਅੱਲਾਹ ਤਾਲਾ ਦੀ ਕਿ ਮੇਰੇ ਉੱਤੇ ਆਈ ਕਿ ਮੈਨੂੰ ਫਾਰੂਕ ਸਾਹਿਬ ਮਿਲ ਗਏ ਔਰ ਮੈਂ ਉਹਨਾਂ ਦੇ ਨਾਲ ਚਲਾ ਗਿਆ ਅਸੀਂ ਇੱਕ ਮੇਰਾ ਦੋਸਤ ਹੈਗਾ ਬਾਬਰ ਅਬਾਸ ਮੇਰੇ ਜੂਨੀਅਰ ਵੀ ਹੈ ਔਰ ਦੋਸਤ ਵੀ ਹੈ ਭਾਈ ਵੀ ਇੱਕ NCA ਨੇ ਆਪਣੀ ਬ੍ਰਾਂਚ ਓਪਨ ਕੀਤੀ ਪਿੰਡੀ ਦੇ ਵਿੱਚ NCA ਨੈਸ਼ਨਲ ਕਾਲਜ ਆਫ ਆਰਟਸ ਅੱਛਾ ਉਹਨਾਂ ਨੇ ਇੱਥੇ ਆਪਣਾ ਇੱਕ ਸੈਟਅਪ ਬਣਾਇਆ ਤੇ ਉਹਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਅਟਰੈਕਟ ਕਰਨ ਲਈ ਸਟੂਡੈਂਟਸ ਨੂੰ ਅਟਰੈਕਟ ਕਰਨ ਲਈ ਇੱਕ ਆਮਦ ਫੈਸਟੀਵਲ ਅਨਾਉਂਸ ਕੀਤਾ ਠੀਕ ਹੋ ਗਿਆ ਜਿਹਦੇ ਵਿੱਚ ਜਿਹੜਾ ਐਕਸਟੈਂਪੋਰ ਬੋਲਣਾ ਹੁੰਦਾ ਸੀ ਉਹਦੇ ਵਿੱਚ ਅਸੀਂ ਮੈਂ ਤੇ ਬਾਬਾ ਨੇ ਪਰਫਾਰਮ ਕੀਤਾ ਤੇ ਵਿਨ ਕੀਤਾ ਸੀ ਤੇ ਉਹਦੇ ਜੱਜ ਸਨ ਫਾਰੂਕ ਕੈਸਰ ਸਾਹਿਬ ਅੱਛਾ ਅੱਛਾ ਉੱਥੇ ਹਾਂਜੀ ਸਰਮਦ ਸਬਾਈ ਸਾਹਿਬ ਫਾਰੂਕ ਕੈਸਰ ਸਾਹਿਬ ਔਰ ਅੱਲਾ ਜਨਸੀਬ ਕਰ ਬੱਬੂ ਬਰਾੜ ਸਾਹਿਬ ਬੱਬੂ ਬਰਾੜ ਠੀਕ ਇਹ ਤਿੰਨੋਂ ਜੱਜ ਹੈਗੇ ਸਨ ਉੱਥੇ ਤੇ ਅਸੀਂ ਮੈਂ ਤੇ ਬਾਬਰ ਨੇ ਉਹ ਪੂਰਾ ਫੈਸਟੀਵਲ ਵਿਨ ਕੀਤਾ ਫਾरूक साहब ਜਦੋਂ मिले तो मैं कहा सर बचपन की ख्वाहिश थी सही कि आपके साथ काम करें ਉਹਦੇ ਬਰਕਸ ਦੂਸਰੀ ਤਰਫ ਅਗਰ ਆਓ ਤੇ ਇਮਤਿਆਜ਼ ਅਲੀ ਕਾਸ਼ਿਫ ਸਾਹਿਬ ਇੱਕ ਤੁਸੀਂ ਜਾਣਦੇ ਹੋ ਬੜਾ ਅੱਛਾ ਨਾਮ ਸਨ ਦੁਨੀਆ 'ਚ ਨਹੀਂ ਅੱਲਾਹ ਪਾਕ ਉਹਨਾਂ ਨੂੰ ਕਰੀ ਰਹਿਮਤ ਕਰੇ ਉਹਨਾਂ ਨਾਲ ਸਾਡੀ ਬਹੁਤ ਅਟੈਚਮੈਂਟ ਥੀਏਟਰ ਦੇ ਹਵਾਲੇ ਨਾਲ ਸੀ ਥੀਏਟਰ ਦੇ ਹਵਾਲੇ ਠੀਕ ਹੋ ਰਾਵਲਪਿੰਡੀ ਥੀਏਟਰ ਦੇ ਹਵਾਲੇ ਨਾਲ ਤੇ ਉਹ ਫਾਰੂਕ ਕੈਸਰ ਸਾਹਿਬ ਉਹ ਕੰਮ ਕਰ ਰਹੇ ਉਹ ਕੰਮ ਕਰ ਰਹੇ ਸੀ ਆਲਰੇਡੀ ਤੇ ਇੱਕ ਦੋ ਮੈਂ ਉਹਨਾਂ ਨੂੰ ਡਿਸਕਸ ਕੀਤਾ ਸੀ ਕਿ ਫਾਰੂਕ ਸਾਹਿਬ ਨਾਲ ਵੀ ਮਿਲਾਓ ਇੱਕ ਚ ਚਾਂਸ ਉਧਰ ਹੋ ਗਿਆ ਦੂਸਰੀ ਗੱਲ ਉਧਰ ਜਾ ਕੇ ਫਾਰੂਕ ਸਾਹਿਬ ਨੂੰ ਉਹਨਾਂ ਨੇ ਦੱਸੀ ਕਿ ਕਾਸ਼ਿਫ ਸਾਹਿਬ ਨੇ ਕਿ ਉਹ ਬੱਚੇ ਨੇ ਦੋ ਤੁਹਾਨੂੰ ਜਿਹੜਾ ਨਾ ਮਿਲਣਾ ਚਾਹੁੰਦੇ ਨੇ ਅੱਛਾ ਇਹ ਯਾਦ ਰੱਖਣਾ ਕਿ ਇਸ ਟਾਈਮ ਦੇ ਉੱਤੇ ਫਾਰੂਕ ਸਾਹਿਬ ਦੀ ਪ੍ਰੋਡਕਸ਼ਨ ਜਿਹੜਾ ਕੁਝ ਅਰਸੇ ਦੀ ਬੰਦ ਹੈਗੀਆਂ ਸਨ ਠੀਕ परफॉर्म नहीं कर रहे थे टीम नहीं हैगी सी कुछ लोग दुनिया में चले गए कुछ लोग अपने मसरूफियात मसरूफ हो गए टीम नहीं बन रही सी उन्होंने क्या जी जब असं उत्थे गए तो फारूक साहब ने दसिया हमने विन किया था तो फारूक साहब बड़े खुश हुए यार वेरी गुड इनको मुझे बड़ी खुशी हुई तुम लोग उस तो बाद फारूक साहब ने कुछ पपेट्स कड्डे कुछ पपेट्स पुराने उन्होंने कब निकाले तजस्सुस के जिन्होंने असीं बचपन ही देखते आए तो ਉਹ ਪਪੇਟ ਦੇ ਵਿੱਚ ਮਾਸੀ ਮੁਸੀਬਤ ਪਈ ਹੋਈ ਸੀ ਅੱਛਾ ਅੱਛਾ ਮਾਸੀ ਮੁਸੀਬਤ ਬਾਬਰ ਨੇ ਆਇਸਾ ਪਹਿਲੇ ਕਰ ਰਹੇ ਸੀ ਆਪਣੀ ਮਸਰੂਫੀਆਤ ਦੀ ਵਜ੍ਹਾ ਨਾਲ ਉਹ ਕੁਝ ਟਾਈਮ ਨਹੀਂ ਦੇ ਪਾ ਰਹੇ ਸੀ ਮੈਂ ਮਾਸੀ ਮੁਸੀਬਤ ਦੀ ਆਵਾਜ਼ ਕੱਢ ਲਈ ਉਹ ਫਾਰੂਕ ਸਾਹਿਬ ਆਪਣੇ ਚੇਅਰ ਤੇ ਕੰਮ ਕਰਦੇ ਕਰਦੇ ਟਨ ਹੋਏ ਨੇ ਕਹਿੰਦੇ ਨਹੀਂ ਇਹ ਆਵਾਜ਼ ਕਿਸਨੇ ਨਿਕਾਲੀ ਮੈਂ ਕਿਹਾ ਸਰ ਮੈਂ ਡਰ ਗਿਆ मैं कैसा गलत हो गया मैं सो मैं कहा सर मैंने इसको कहते दोबारा निकालो मैं दोबारा आवाज़ कढ़ी उन्होंने कहा लो जी मासी दोबारा जिंदा हो गई ਮਾਸੀ ਜਿੰਦਾ अच्छा नाल ही मैनू रोला नजर आया अच्छा रोला वेख्या तो रोले की आवाज़ भी कढ़ ली रोला भी एकदम दोबारा फिर उस बाद चल सो चल फारूक साहब नाल मैं बड़ा लंबा अरसा उन्हां दी जिंदगी गुजारिया अच्छा किन्ने किरदार तुसीं परफॉर्म कीते मासी मुसीबत ते रोला वॉइसिस बहुत ज़्यादा कढ़ियां ने वॉइसिस ज़्यादा कढ़ियां जी बहुत सारे करैक्टर जिस तरह एक करैक्टर सी साडा मामा जेरे गौर अच्छा हाँ बिल्कुल ऐसे ਉਹਦਾ ਬਾਅਦ ਇੱਕ ਨਵਾਂ ਵਰਜ਼ਨ ਅਸੀਂ ਕੱਢਿਆ ਸੀ ਤੋਤਾ अच्छा तोता ਠੀਕ ਹੈ ਜੀ ਉਹ ਕਰੈਕਟਰ ਫਿਰ ਮੈਂ ਕੀਤਾ ਫਿਰ ਉਸ ਤੋਂ ਬਾਅਦ ਇੱਕ ਲੇਡੀ ਹੈਗੀ ਸੀ ਕਰੈਕਟਰ ਉਹਦਾ ਆਵਾਜ਼ ਮੈਂ 8-9 ਵਾਇਸਸ ਮੈਂ ਕੱਢੀਆਂ ਨੇ ठीक ठीक